ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Welcome dear students in social science class. I am Harjeet Singh. Today we will start 7th chapter from political science. Chapter name is outcomes of democracy. Outcomes ਦਾ ਮੀਨਿੰਗ ਹੁੰਦਾ ਹੈ ਨਤੀਜੇ। ਸੋ ਇਸ ਤਰ੍ਹਾਂ ਟਾਈਟਲ ਦਾ ਮੀਨਿੰਗ ਹੈ ਲੋਕਤੰਤਰ ਦੇ ਨਤੀਜੇ। So let us start our lesson with the overview. ਓਵਰਵਿਊ ਵਿੱਚ ਡਿਸਕਸ ਕੀਤਾ ਗਿਆ ਹੈ ਕਿ ਅਸੀਂ ਡੈਮੋਕ੍ਰੇਸੀ ਅਤੇ ਡੈਮੋਕ੍ਰੇਸੀ ਦੇ ਟਾਈਪਸ ਬਾਰੇ ਪਹਿਲਾਂ ਹੀ ਰੀਡ ਕਰ ਚੁੱਕੇ ਹਾਂ 9th ਕਲਾਸ ਦੇ ਵਿੱਚ। ਐਂਡ ਇਸ ਚੈਪਟਰ ਵਿੱਚ ਅਸੀਂ ਡੈਮੋਕ੍ਰੇਸੀ ਦੇ ਕੋਈ ਲਾਸਟ ਪਾਰਟ ਦੀ ਗੱਲ ਕਰਾਂਗੇ, ਜਿਹਦੇ ਥਰੂ ਅਸੀਂ ਕੋਈ ਜਨਰਲ ਕੁਐਸਚਨ ਨੇ ਉਹਨਾਂ ਦੇ ਆਨਸਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਫਸਟ ਕੁਐਸਚਨ ਪੁੱਟ ਕੀਤਾ ਗਿਆ ਹੈ, ਵਟ ਡਜ਼ ਡੈਮੋਕ੍ਰੇਸੀ ਡੂ? ਲੋਕਤੰਤਰ ਕੀ ਕਰਦਾ ਹੈ? ਔਰ ਵਟ ਆਊਟਕਮਸ ਕੈਨ ਵੀ ਰੀਜ਼ਨੇਬਲ ਐਕਸਪੈਕਟ ਆਫ ਡੈਮੋਕ੍ਰੇਸੀ? ਮੀਨਸ ਕਿ ਅਸੀਂ ਡੈਮੋਕ੍ਰੇਸੀ ਤੋਂ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕਰਦੇ ਹਾਂ। ਥਰਡ ਏ ਆਲਸੋ ਡਜ਼ ਡੈਮੋਕ੍ਰੇਸੀ ਫੁਲਫਿਲ ਦੀਜ਼ ਐਕਸਪੈਕਟੇਸ਼ਨ ਇਨ ਰੀਅਲ ਲਾਈਫ? ਮੀਨਸ ਕਿ ਜੋ ਅਸੀਂ ਡੈਮੋਕ੍ਰੇਸੀ ਤੋਂ ਐਕਸਪੈਕਟ ਕਰਦੇ ਹਾਂ, ਇੱਛਾ ਕਰਦੇ ਹਾਂ, ਕਿ ਅਸਲ ਜ਼ਿੰਦਗੀ ਦੇ ਵਿੱਚ ਡੈਮੋਕ੍ਰੇਸੀ ਇਹ ਸਾਡੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਅਸੀਂ ਆਪਣੇ ਲੈਸਨ ਦੇ ਥਰੂ ਇਹਨਾਂ ਕੁਐਸਚਨ ਦਾ ਆਨਸਰ ਅਟੇਨ ਕਰਨ ਤੋਂ ਬਾਅਦ ਰੀਡ ਕਰਾਂਗੇ ਕਿ ਅਸੀਂ ਡੈਮੋਕ੍ਰੇਸੀ ਤੋਂ ਐਕਸਪੈਕਟਡ ਕੀ ਕਰਦੇ ਹਾਂ ਐਂਡ ਐਕਚੁਅਲ ਆਊਟਕਮਸ ਆਫ ਡੈਮੋਕ੍ਰੇਸੀ ਕੀ ਆ, ਕਿ ਅਸਲ ਦੇ ਵਿੱਚ ਡੈਮੋਕ੍ਰੇਸੀ ਨੇ ਕੀ ਕੁਝ ਨਤੀਜੇ ਦਿੱਤੇ ਨੇ। NCERT ਬੁੱਕ ਪੇਜ ਨੰਬਰ 90 ਦੇ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ, ਹਾਊ ਡੂ ਵੀ ਅਸੈਸ ਡੈਮੋਕ੍ਰੇਸੀਜ਼ ਆਊਟਕਮਸ? ਮੀਨਸ ਅਸੀਂ ਲੋਕਤੰਤਰ ਦੇ ਨਤੀਜਿਆਂ ਨੂੰ ਕਿਵੇਂ ਇਵੈਲੂਏਟ ਕਰ ਸਕਦੇ ਹਾਂ। ਸਟਾਰਟਿੰਗ ਵਿੱਚ ਸਾਡੇ ਕੋਲ ਆ ਜਾਂਦਾ ਹੈ, ਵਾਈ ਦਾ ਡੈਮੋਕ੍ਰੇਸੀ ਇਜ਼ ਏ ਬੈਟਰ ਫਾਰਮ ਆਫ ਗੌਰਮੈਂਟ? ਮੀਨਿੰਗ ਲੋਕਤੰਤਰ ਕਿਸਮ ਦੀ ਸਰਕਾਰ ਵਧੀਆ ਕਿਉਂ ਹੈ? ਡੈਮੋਕ੍ਰੇਸੀ ਬੈਟਰ ਕਿਉਂ ਹੈ? ਇਸ ਦੇ ਕੁਝ ਰੀਜ਼ਨਸ ਦਿੱਤੇ ਗਏ ਨੇ। ਫਸਟ ਰੀਜ਼ਨ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਸੀ ਸਾਰੇ ਨਾਗਰਿਕਾਂ ਦੀ ਬਰਾਬਰਤਾ ਨੂੰ ਪ੍ਰਮੋਟ ਕਰਦੀ ਹੈ। ਸੈਕਿੰਡ ਪੁਆਇੰਟ ਵਿੱਚ ਵਰਡ ਆਇਆ ਇਨਹੈਂਸ, ਜਿਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਵਧਾਵਾ ਦੇਣਾ, ਵਧਾਉਣਾ। ਸੋ ਇਸ ਪੁਆਇੰਟ ਦੇ ਅਨੁਸਾਰ ਆਖਿਆ ਗਿਆ ਹੈ ਕਿ ਡੈਮੋਕ੍ਰੇਸੀ ਹਰੇਕ ਪਰਸਨ ਦੇ ਮਾਨ ਸਨਮਾਨ ਨੂੰ ਵਧਾਉਂਦੀ ਹੈ। ਥਰਡ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਇਹ ਫੈਸਲਾ ਲੈਣ ਦੀ ਕੁਆਲਿਟੀ ਨੂੰ ਇੰਪਰੂਵ ਕਰਦੀ ਹੈ, ਸੁਧਾਰ ਕਰਦੀ ਹੈ, ਕਿਉਂਕਿ ਇਸ ਵਿੱਚ ਡਿਸੀਜਨ ਕਿਸੇ ਇੱਕ ਪਰਸਨ ਵੱਲੋਂ ਨਹੀਂ ਲਿਆ ਜਾਂਦਾ। ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਦੀ ਸਲਾਹ ਦੇ ਨਾਲ ਕੋਈ ਡਿਸੀਜਨ ਲਿਆ ਜਾਂਦਾ ਹੈ। ਫੋਰਥ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਅਗਰ ਕਿਸੇ ਫੈਸਲੇ ਦੇ ਉੱਪਰ, ਡਿਸੀਜਨ ਦੇ ਉੱਪਰ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਸ ਨੂੰ ਸੋਲਵ ਕਰਨ ਵਾਸਤੇ ਇਹ ਇੱਕ ਮੈਥਡ, ਕੋਈ ਤਰੀਕਾ ਪ੍ਰੋਵਾਈਡ ਕਰਦੀ ਹੈ। ਫਿਫਥ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਅਗਰ ਡੈਮੋਕ੍ਰੇਸੀ ਵਿੱਚ ਕੋਈ ਮਿਸਟੇਕਸ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਨੇ, ਤਾਂ ਉਹਨਾਂ ਨੂੰ ਇੰਪਰੂਵ ਕਰਨ ਦਾ ਮੌਕਾ ਮਿਲ ਜਾਂਦਾ ਹੈ। ਬੁੱਕ ਦੇ ਉੱਪਰ ਨੈਕਸਟ ਪੈਰਾਗ੍ਰਾਫ ਵਿੱਚ ਪੁੱਛਿਆ ਗਿਆ ਹੈ ਕਿ ਜੋ ਅਸੀਂ ਐਕਸਪੈਕਟੇਸ਼ਨ ਕਰਦੇ ਹਾਂ ਡੈਮੋਕ੍ਰੇਸੀ ਤੋਂ, ਕਿ ਅਸਲ ਦੇ ਵਿੱਚ ਇਹ ਸਾਨੂੰ ਰੀਅਲਾਈਜ਼ ਹੁੰਦੀਆਂ ਨੇ, ਪ੍ਰਾਪਤ ਹੁੰਦੀਆਂ ਨੇ। ਜਦੋਂ ਅਸੀਂ ਆਪਣੇ ਆਸ-ਪਾਸ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਮੋਸਟਲੀ ਲੋਕ ਜਿਹੜਾ ਡੈਮੋਕ੍ਰੇਸੀ ਦੇ ਅਗੇਂਸਟ ਜਾਂਦੇ ਆ। ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਡੈਮੋਕ੍ਰੇਸੀ ਦੇ ਨਾਲੋਂ ਮਿਲਟਰੀ ਦਾ ਰਾਜ ਵਧੀਆ ਹੈ, ਜਾਂ ਇੱਕ ਰਾਜੇ ਦਾ ਰਾਜ ਵਧੀਆ ਹੈ, ਜਾਂ ਇੱਕ ਕੋਈ ਰਿਲੀਜੀਅਸ ਪਰਸਨ ਹੋਵੇ ਉਹਦਾ ਰਾਜ ਵਧੀਆ ਹੈ। ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤਾਂ ਅਸੀਂ ਡੈਲਮਾ, ਅਸੀਂ ਦੁਬਿਧਾ ਦੇ ਵਿੱਚ ਫਸ ਜਾਂਦੇ ਹਾਂ ਕਿ ਕੀ ਇਹ ਪਰਸਨ ਸਹੀ ਨੇ ਜਾਂ ਡੈਮੋਕ੍ਰੇਸੀ ਸਹੀ ਆ। ਉਦੋਂ ਅਸੀਂ ਡੈਮੋਕ੍ਰੇਸੀ ਦੇ ਜੋ ਸਿਧਾਂਤ ਨੇ ਇਹਨਾਂ ਦੇ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਸਾਡੇ ਮਨ ਦੀ ਫਿਰ ਜੋ ਸ਼ੰਕਾ ਹੈ, ਡੈਲਮਾ, ਇਹ ਫਿਰ ਸਾਨੂੰ ਜਿਹੜਾ ਵਾ ਸੋਚਣ ਵਾਸਤੇ ਮਜਬੂਰ ਕਰਦਾ ਹੈ ਕਿ ਡੈਮੋਕ੍ਰੇਸੀ ਦੇ ਨਤੀਜੇ ਕੀ ਨੇ, ਆਊਟਕਮਸ ਕੀ ਨੇ, ਡੈਮੋਕ੍ਰੇਸੀ ਕੀ ਨੇ। ਇੱਥੇ ਸਾਨੂੰ ਇੱਕ ਕੁਐਸਚਨ ਪੁੱਟ ਕੀਤਾ ਗਿਆ ਹੈ, ਡੂ ਵੀ ਪ੍ਰੈਫਰ ਡੈਮੋਕ੍ਰੇਸੀ ਓਨਲੀ ਫਾਰ ਮੋਰਲ ਰੀਜਨਸ? ਕਿ ਡੈਮੋਕ੍ਰੇਸੀ ਦੇ ਮੋਰਲ ਰੀਜਨਸ ਜੋ ਅਸੀਂ ਲਾਸਟ ਦੇ 5 ਪੜ੍ਹੇ ਆ ਉਹ ਵਧੀਆ, ਕਿ ਇਸੇ ਕਰਕੇ ਅਸੀਂ ਡੈਮੋਕ੍ਰੇਸੀ ਨੂੰ ਫੋਲੋ ਕਰੀਏ? ਔਰ ਆਰ ਦੇਅਰ ਸਮ ਪ੍ਰੂਡੈਂਸ਼ੀਅਲ ਰੀਜਨ ਟੂ ਸਪੋਰਟ ਦਾ ਡੈਮੋਕ੍ਰੇਸੀ ਟੂ? ਜਾਂ ਸਮਝਦਾਰੀ ਵਾਲੇ ਕੁਝ ਹੋਰ ਵੀ ਕਾਰਨ ਨੇ ਜਿਨ੍ਹਾਂ ਦਾ ਕਰਕੇ ਅਸੀਂ ਡੈਮੋਕ੍ਰੇਸੀ ਨੂੰ ਸਪੋਰਟ ਕਰੀਏ। ਇਹਨਾਂ ਕੁਐਸਚਨ ਦਾ ਆਨਸਰ ਫਾਈਂਡ ਆਊਟ ਕਰਨ ਵਾਸਤੇ ਅਸੀਂ ਚੈਪਟਰ ਨੂੰ ਫਰਦਰ ਰੀਡ ਕਰਦੇ ਹਾਂ। ਫਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਕਿ ਅੱਜ ਵਰਲਡ ਦੇ ਵਿੱਚ 100 ਤੋਂ ਜ਼ਿਆਦਾ ਕੰਟਰੀਜ਼ ਅਜਿਹੇ ਨੇ ਜਿੱਥੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਡੈਮੋਕ੍ਰੈਟਿਕ ਪੋਲੀਟਿਕਸ ਦੇ ਪ੍ਰਿੰਸੀਪਲਸ ਫੋਲੋ ਕੀਤੇ ਜਾਂਦੇ ਨੇ। ਜਿਵੇਂ ਕਿ ਇਹਨਾਂ ਕੰਟਰੀਜ਼ ਦੇ ਕੋਲ ਆਪਣਾ ਕੌਨਸਟੀਟਿਊਸ਼ਨ ਹੈ, ਇੱਥੇ ਪੋਲੀਟੀਕਲ ਪਾਰਟੀਜ਼ ਆ, ਰੈਗੂਲਰਲੀ ਇੰਟਰਵਲ ਤੋਂ ਬਾਅਦ ਇਲੈਕਸ਼ਨਸ ਕਰਵਾਈਆਂ ਜਾਂਦੀਆਂ ਨੇ, ਔਰ ਇੱਥੋਂ ਦੇ ਜੋ ਸਿਟੀਜ਼ਨਸ ਨੇ ਉਹਨਾਂ ਨੂੰ ਰਾਈਟਸ ਦੀ, ਅਧਿਕਾਰਾਂ ਦੀ ਗਰੰਟੀ ਦਿੱਤੀ ਜਾਂਦੀ ਹੈ। ਸੈਕਿੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ
कि हरेक कंट्री जिथे डेमोक्रेसी फॉलो की जाती है उत्थे डेमोक्रेसी के मेन फीचर तो बिल्कुल सेम होंगे आ, पर फिर भी एक कंट्री की डेमोक्रेसी दूसरे कंट्री की डेमोक्रेसी के नालों इकनॉमिक सोशल ते कल्चरल के डिफरेंट करके अलग अलग होंदी है। एग्जाम्पल के तौर पर ਅਸੀਂ इंडियन डेमोक्रेसी ਨੂੰ अमेरिकन डेमोक्रेसी ਨਾਲ ਕੰਪੇਅਰ ਕਰਾਂਗੇ तो ਸਾਨੂੰ बहुत सारे डिफरेंस ਜਿਹੜੇ ਉਹ फाइंड आउट हो जाएंगे। ਜਿਵੇਂ कि ਉੱਥੇ इलैक्शन 4 ईयर्स बाद ਹੁੰਦੀ ਆ, ਸਾਡੇ इलैक्शन 5 ईयर्स बाद ਹੁੰਦੀ ਆ। ਉੱਥੇ ਕੰਟਰੀ ਦਾ ਹੈੱਡ ਪ੍ਰੈਜ਼ੀਡੈਂਟ ਆ, ਇੱਥੇ ਸਾਡੇ ਇੰਡੀਆ ਦੇ ਵਿੱਚ ਹੈੱਡ ਦਾ ਪ੍ਰੈਜ਼ੀਡੈਂਟ ਆ ਪਰ ਸਾਰਾ ਵਰਕ PM ਵੱਲੋਂ ਕੀਤਾ ਜਾਂਦਾ ਹੈ। ਇਹ ਡਿਫਰੈਂਸਿਸ ਸਾਡੀ ਸੋਸ਼ਲ ਕਲਚਰਲ ਐਂਡ ਇਕਨੋਮਿਕਲ ਬੈਕਗਰਾਉਂਡ ਦਾ ਕਰਕੇ ਨੇ। ਇਸੇ ਤਰ੍ਹਾਂ ਹੋਰ ਵੀ ਕੰਟਰੀ ਜਿੱਥੇ ਡੈਮੋਕ੍ਰੇਸੀ ਫੋਲੋ ਕੀਤੀ ਜਾਂਦੀ ਆ ਉੱਥੇ ਡੈਮੋਕ੍ਰੇਸੀ ਦੇ ਮੇਨ ਪ੍ਰਿੰਸੀਪਲ ਫੋਲੋ ਤਾਂ ਕੀਤੇ ਜਾਂਦੇ ਨੇ ਪਰ ਉਹਨਾਂ ਨੂੰ ਫੋਲੋ ਕਰਨ ਦਾ ਤਰੀਕਾ ਕੋਈ ਹੋਰ ਹੋ ਸਕਦਾ ਹੈ। ਡੈਮੋਕ੍ਰੇਸੀ ਦੇ ਵਿੱਚ ਡਿਫਰੈਂਸਿਸ ਹੋਣ ਦਾ ਕਰਕੇ ਕਿਸੇ ਕੰਟਰੀ ਵੱਲੋਂ ਡੈਮੋਕ੍ਰੇਸੀ ਦੇ ਨਾਲ ਕੋਈ ਵੱਧ ਅਚੀਵਮੈਂਟ ਪ੍ਰਾਪਤ ਕਰ ਲਈਆਂ ਜਾਂਦੀਆਂ ਨੇ, ਕਿਸੇ ਕੰਟਰੀ ਵੱਲੋਂ ਘੱਟ ਕਰ ਲਈਆਂ ਜਾਂਦੀਆਂ ਨੇ। ਡੈਮੋਕ੍ਰੇਸੀ ਵਿੱਚ ਬੇਸ਼ੱਕ ਸਾਡੀਆਂ ਕੋਈ ਐਕਸਪੈਕਟੇਸ਼ਨ ਪੂਰੀਆਂ ਹੋ ਵੀ ਜਾਣ ਫਿਰ ਵੀ ਅਸੀਂ ਮੋਰ ਐਕਸਪੈਕਟੇਸ਼ਨ ਜਿਹੜੇ ਕਰਨ ਲੱਗ ਜਾਂਦੇ ਕਿ ਸਾਡੀਆਂ ਇਹ ਵੀ ਇੱਛਾਵਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਅਸੀਂ ਅਜਿਹਾ ਤਾਂ ਹੀ ਕਰਦੇ ਹਾਂ ਕਿਉਂਕਿ ਇਹ ਡੈਮੋਕ੍ਰੇਸੀ ਆ। ਅਗਰ ਕਿਸੇ ਰਿਲੀਜੀਅਸ ਪਰਸਨ ਜਾਂ ਮਿਲਟਰੀ ਜਾਂ ਔਰ ਮਨਾਰਚੀ ਰਾਜ ਹੋਏਗਾ ਉਹਦੇ ਵਿੱਚ ਅਸੀਂ ਅਜਿਹੀਆਂ ਐਕਸਪੈਕਟੇਸ਼ਨ ਨਹੀਂ ਕਰ ਸਕਦੇ ਕਿਉਂਕਿ ਉੱਥੇ ਉਸ ਪਰਸਨ ਵੱਲੋਂ ਜੋ ਆਰਡਰ ਕੀਤਾ ਜਾਂਦਾ ਅਸੀਂ ਸਿਰਫ ਉਸੇ ਆਰਡਰ ਦੇ ਹੇਠਾਂ ਰਹਿ ਕੇ ਆਪਣੀ ਜ਼ਿੰਦਗੀ ਸਪੈਂਡ ਕਰ ਸਕਦੇ ਹਾਂ। ਸਾਡਾ ਡੈਮੋਕ੍ਰੇਸੀ ਵਿੱਚ ਜੋ ਇੰਟਰਸਟ ਲਗਾਤਾਰ ਇਨਕਰੀਜ਼ ਹੋ ਰਿਹਾ ਹੈ ਇਹੀ ਸਾਨੂੰ ਇਸ ਚੀਜ਼ ਵੱਲ ਪੁਸ਼ ਕਰ ਦਿੰਦਾ ਹੈ ਕਿ ਡੈਮੋਕ੍ਰੇਸੀ ਸਾਡੀਆਂ ਸਾਰੀਆਂ ਸੋਸ਼ਲ ਐਂਡ ਇਕਨੋਮਿਕਲ ਪ੍ਰੋਬਲਮ ਨੂੰ ਸੋਲਵ ਕਰ ਸਕਦੀ ਹੈ। ਬਟ ਜਦੋਂ ਸਾਡੀਆਂ ਐਕਸਪੈਕਟੇਸ਼ਨਸ ਕੰਪਲੀਟ ਨਹੀਂ ਹੁੰਦੀਆਂ ਉਸ ਸਿਚੁਏਸ਼ਨ ਦੇ ਵਿੱਚ ਫਿਰ ਅਸੀਂ ਡੈਮੋਕ੍ਰੇਸੀ ਦੇ ਉੱਪਰ ਬਲੇਮ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਔਰ ਇਹਦੇ ਉੱਪਰ ਡਾਊਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ ਡੈਮੋਕ੍ਰੇਸੀ ਦੇ ਨਤੀਜਿਆਂ ਨੂੰ ਅਵੈਲੂਏਟ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਹੈ। ਫਸਟ ਪੁਆਇੰਟ ਵਿੱਚ ਸਾਨੂੰ ਐਕਸਪਲੇਨ ਕੀਤਾ ਗਿਆ ਹੈ ਕਿ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਕੇਅਰਫੁਲੀ ਜਾਣ ਲੈਣੀ ਚਾਹੀਦੀ ਹੈ ਕਿ ਡੈਮੋਕ੍ਰੇਸੀ ਸਿਰਫ ਇੱਕ ਗੌਰਮੈਂਟ ਦੀ ਟਾਈਪ ਹੈ। ਫਸਟ ਪੁਆਇੰਟ ਦੀ ਹੋਰ ਕਲੈਰੀਫਿਕੇਸ਼ਨ ਸੈਕੰਡ ਪੁਆਇੰਟ ਤੋਂ ਹੋ ਜਾਂਦੀ ਹੈ ਜਿਸ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਸੀ ਗੌਰਮੈਂਟ ਦੀ ਇੱਕ ਅਜਿਹੀ ਟਾਈਪ ਹੈ ਜੋ ਕਿ ਸਾਨੂੰ ਕਿਸੇ ਵੀ ਚੀਜ਼ ਦੀ ਪ੍ਰਾਪਤੀ ਵਾਸਤੇ ਜੋ ਫੇਵਰੇਬਲ ਕੰਡੀਸ਼ਨਸ ਚਾਹੀਦੀਆਂ ਨੇ, ਹਾਲਾਤ ਚਾਹੀਦੇ ਨੇ, ਉਹ ਕੰਡੀਸ਼ਨ ਸਾਨੂੰ ਡੈਮੋਕ੍ਰੇਸੀ ਪ੍ਰੋਵਾਈਡ ਕਰਦੀ ਹੈ। ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਸਿਟੀਜ਼ਨ ਨੂੰ ਅਜਿਹੀਆਂ ਕੰਡੀਸ਼ਨ ਦਾ ਐਡਵਾਂਟੇਜ ਲੈ ਕੇ ਆਪਣੇ ਗੋਲਸ ਅਚੀਵ ਕਰਨੇ ਚਾਹੀਦੇ ਹਨ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਅਕਾਊਂਟੇਬਲ, ਰਿਸਪੌਂਸਿਵ ਐਂਡ ਲੈਜੀਟੀਮੇਟ ਗੌਰਮੈਂਟ। ਅਕਾਊਂਟੇਬਲ ਮਤਲਬ ਉੱਤਰਦਾਈ, ਜਿਸ ਨੇ ਆਪਣੇ ਵਰਕ ਦਾ ਕਿਸੇ ਨੂੰ ਉੱਤਰ ਦੇਣਾ ਹੋਵੇ। ਰਿਸਪੌਂਸਿਵ ਜ਼ਿੰਮੇਵਾਰੀ ਐਂਡ ਲੈਜੀਟੀਮੇਟ ਗੌਰਮੈਂਟ ਮਤਲਬ ਜਾਇਜ਼ ਸਰਕਾਰ। ਜਾਇਜ਼ ਮੀਨਸ ਕੰਡੀਸ਼ਨਸ ਸਾਡੇ ਫੇਵਰੇਬਲ ਹੋਣ, ਕਿਸੇ ਦੇ ਨਾਲ ਕੋਈ ਵੀ ਨਜਾਇਜ਼ ਕੰਮ ਜਾਂ ਨਜਾਇਜ਼ ਧੱਕਾ ਨਾ ਹੁੰਦਾ ਹੋਵੇ। ਸੋ ਅਸੀਂ ਡੈਮੋਕ੍ਰੇਸੀ ਗੌਰਮੈਂਟ ਤੋਂ ਐਕਸਪੈਕਟ ਕਰਦੇ ਹਾਂ, ਆਸ ਕਰਦੇ ਹਾਂ ਕਿ ਇਹ ਗੌਰਮੈਂਟ ਅਕਾਊਂਟੇਬਲ, ਰਿਸਪੌਂਸਿਵ ਐਂਡ ਲੈਜੀਟੀਮੇਟ ਗੌਰਮੈਂਟ ਹੋਵੇ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਿ ਅਸੀਂ ਡੈਮੋਕ੍ਰੇਸੀ ਤੋਂ ਕਿਉਂ ਇਹ ਉਮੀਦ ਕਰਦੇ ਹਾਂ ਕਿ ਡੈਮੋਕ੍ਰੇਸੀ ਅਕਾਊਂਟੇਬਲ, ਰਿਸਪੌਂਸਿਵ ਐਂਡ ਲੈਜੀਟੀਮੇਟ ਗੌਰਮੈਂਟ ਹੋਵੇ ਕਿਉਂਕਿ ਡੈਮੋਕ੍ਰੇਸੀ ਵਿੱਚ ਕੋਈ ਥਿੰਗਸ ਜਿਹੜੀਆਂ ਸਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਕੀ ਪ੍ਰੋਵਾਈਡ ਕੀਤਾ ਜਾਂਦਾ? ਫਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਪਿਊਪਲਸ ਨੂੰ ਆਪਣੇ ਰੂਲਰਸ ਆਪ ਚੂਜ਼ ਕਰਨ ਦਾ ਅਧਿਕਾਰ ਹੈ। ਪਿਊਪਲਸ ਇਲੈਕਸ਼ਨ ਦੇ ਵਿੱਚ ਵੋਟਿੰਗ ਕਰਕੇ ਆਪਣੇ ਰੂਲਰਸ ਆਪ ਸਿਲੈਕਟ ਕਰਦੇ ਨੇ, ਫਿਰ ਆਪ ਹੀ ਉਹਨਾਂ ਦੇ ਉੱਪਰ ਕੰਟਰੋਲ ਰੱਖਦੇ ਨੇ। ਪਿਊਪਲਸ ਵੱਲੋਂ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ ਕਿ ਅਗਰ ਕੋਈ ਮਿਨਿਸਟਰ, ਕੋਈ MLA ਵੱਲੋਂ ਕੋਈ ਰੋਂਗ ਵਰਕ ਕੀਤਾ ਜਾਂਦਾ ਹੈ ਤਾਂ ਲੋਕ ਉਸ ਦੇ ਅਗੇਂਸਟ ਪ੍ਰੋਟੈਸਟ ਕਰਦੇ ਨੇ, ਜਿਸ ਕਰਕੇ ਉਸ ਨੂੰ ਆਪਣਾ ਡਿਸੀਜਨ ਚੇਂਜ ਕਰਨਾ ਪੈਂਦਾ ਹੈ। ਕਿਉਂਕਿ ਅਗਰ ਉਹ ਆਪਣਾ ਡਿਸੀਜਨ ਚੇਂਜ ਨਹੀਂ ਕਰੇਗਾ, ਪਿਊਪਲਸ ਦੇ ਅਗੇਂਸਟ ਜਾਏਗਾ, ਨੈਕਸਟ ਇਲੈਕਸ਼ਨ ਦੇ ਵਿੱਚ ਪਿਊਪਲਸ ਫਿਰ ਉਸ ਪਰਸਨ ਨੂੰ ਵੋਟਿੰਗ ਨਹੀਂ ਕਰਨਗੇ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਸੀ ਦਾ ਸੈਕੰਡ ਮੋਸਟ ਆਊਟਕਮ ਇਹੀ ਹੈ ਕਿ ਡੈਮੋਕ੍ਰੇਸੀ ਵਿੱਚ ਗੌਰਮੈਂਟ ਵੱਲੋਂ ਜੋ ਵੀ ਵਰਕ ਕੀਤਾ ਜਾਂਦਾ ਹੈ ਉਸ ਵਰਕ ਦਾ ਅਕਾਊਂਟੇਬਲ ਉੱਤਰ ਗੌਰਮੈਂਟ ਨੂੰ, ਪਿਊਪਲਸ ਨੂੰ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਡੈਮੋਕ੍ਰੇਸੀ ਗੌਰਮੈਂਟ ਸਾਡੀਆਂ ਐਕਸਪੈਕਟੇਸ਼ਨ ਅਤੇ ਨੀਡਸ ਨੂੰ ਪੂਰਾ ਕਰਨ ਵਾਸਤੇ ਰਿਸਪੌਂਸਿਬਲ ਹੁੰਦੀ ਹੈ। ਡੈਮੋਕ੍ਰੇਸੀ ਤੋਂ ਇਲਾਵਾ ਮਿਲਟਰੀ ਗੌਰਮੈਂਟ, ਮੋਨਾਰਚੀ ਗੌਰਮੈਂਟ ਜਾਂ ਕਿਸੇ ਰਿਲੀਜੀਅਸ ਪਰਸਨ ਵੱਲੋਂ ਅਗਰ ਕੋਈ ਗੌਰਮੈਂਟ ਚਲਾਈ ਜਾ ਰਹੀ ਆ ਉਸ ਤੋਂ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਕਿ ਇਹ ਪਰਸਨ ਸਾਡੀਆਂ ਐਕਸਪੈਕਟੇਸ਼ਨ, ਸਾਡੀਆਂ ਨੀਡਸ ਜਿਹੜੀਆਂ ਪੂਰੀਆਂ ਕਰੇ। ਡੈਮੋਕ੍ਰੇਸੀ ਗੌਰਮੈਂਟ ਵਿੱਚ ਅਸੀਂ ਇਸ ਕਰਕੇ ਐਕਸਪੈਕਟ ਕਰਦੇ ਹਾਂ ਕਿਉਂਕਿ ਡੈਮੋਕ੍ਰੇਸੀ ਗੌਰਮੈਂਟ ਸਾਡੇ ਵੱਲੋਂ ਖੁਦ ਚੁਣੀ ਗਈ ਸਰਕਾਰ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ
ਕਿ ਜਦੋਂ ਅਸੀਂ ਡੈਮੋਕ੍ਰੇਸੀ ਅਕਾਊਂਟੇਬਲ ਰਿਸਪੌਂਸਿਵ ਦੀ ਗੱਲ ਕਰਦੇ ਹਾਂ, ਫਿਰ ਇੱਕ ਕਾਮਨ ਕੁਐਸਚਨ ਰੇਜ਼ ਹੁੰਦਾ ਹੈ, ਇਜ਼ ਦ ਡੈਮੋਕ੍ਰੇਟਿਕ ਗਵਰਨਮੈਂਟ ਐਫੀਸ਼ੀਐਂਟ ਐਂਡ ਇਜ਼ ਇਟ ਇਫੈਕਟਿਵ। ਇਸ ਕੁਐਸਚਨ ਦੇ ਆਨਸਰ ਵਿੱਚ ਕਹਿੰਦੇ ਕੁਝ ਪੀਪਲ ਸੋਚਦੇ ਆ ਕਿ ਡੈਮੋਕ੍ਰੇਸੀ ਗਵਰਨਮੈਂਟ ਇੱਕ ਇਫੈਕਟਿਵ ਗਵਰਨਮੈਂਟ ਨਹੀਂ ਹੈ। ਕੁਝ ਹੱਦ ਤੱਕ ਵੇਖਿਆ ਜਾਵੇ ਤਾਂ ਇਹਨਾਂ ਲੋਕਾਂ ਦਾ ਇਹ ਮੰਨਣਾ ਬਿਲਕੁਲ ਸਹੀ ਵੀ ਹੈ, ਕਿਉਂਕਿ ਅਗਰ ਅਸੀਂ ਨਾਨ ਡੈਮੋਕ੍ਰੇਟਿਕ ਗਵਰਨਮੈਂਟਸ ਵੱਲ ਦੇਖੀਏ ਤਾਂ ਉੱਥੇ ਜੋ ਵੀ ਡਿਸੀਜਨ ਲਿਆ ਜਾਣਾ ਹੁੰਦਾ ਹੈ, ਉਹ ਡਿਸੀਜਨ ਲੈਣ ਵਾਲੇ ਕੋਈ ਅਸੈਂਬਲੀਜ਼ ਕਰਨ ਦੀ ਲੋੜ ਨਹੀਂ ਹੁੰਦੀ, ਕੋਈ ਮੈਜੋਰਟੀ ਦੀ ਲੋੜ ਨਹੀਂ ਹੁੰਦੀ, ਜਾਂ ਪਬਲਿਕ ਓਪੀਨੀਅਨ ਜਾਣਨ ਦੀ ਲੋੜ ਮਹਿਸੂਸ ਨਹੀਂ ਕੀਤੀ ਜਾਂਦੀ ਕਿ ਪਬਲਿਕ ਇਸ ਡਿਸੀਜਨ ਨੂੰ ਐਕਸੈਪਟ ਕਰੇਗੀ ਜਾਂ ਨਹੀਂ ਕਰੇਗੀ। ਸੋ ਜਦੋਂ ਨਾਨ ਡੈਮੋਕ੍ਰੇਟਿਕ ਗਵਰਨਮੈਂਟ ਵਿੱਚ ਮੈਜੋਰਟੀ ਜਾਂ ਪਬਲਿਕ ਓਪੀਨੀਅਨ ਦੀ ਕੋਈ ਚਿੰਤਾ ਨਹੀਂ ਹੁੰਦੀ ਤਾਂ ਉਹਨਾਂ ਵੱਲੋਂ ਜਲਦੀ ਹੀ ਡਿਸੀਜਨ ਲਿਆ ਜਾਂਦਾ, ਕੋਈ ਵੀ ਫੈਸਲਾ ਜਲਦੀ ਕਰ ਲਿਆ ਜਾਂਦਾ ਹੈ। ਨੈਕਸਟ ਕਿਹਾ ਗਿਆ ਹੈ, ਤੇਜ਼ੀ ਦੇ ਨਾਲ ਨਾਨ ਡੈਮੋਕ੍ਰੇਟਿਕ ਗਵਰਨਮੈਂਟ ਵੱਲੋਂ ਹੋ ਸਕਦਾ ਕੋਈ ਅਜਿਹਾ ਡਿਸੀਜਨ ਲੈ ਲਿਆ ਜਾਵੇ ਜੋ ਕਿ ਉੱਥੋਂ ਦੇ ਪੀਪਲਸ ਨੂੰ ਐਕਸੈਪਟਡ ਨਾ ਹੋਵੇ, ਜਿਸ ਨਾਲ ਬਾਅਦ ਵਿੱਚ ਪ੍ਰੋਬਲਮ ਕ੍ਰੀਏਟ ਹੋਵੇਗੀ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਸੀ ਗਵਰਨਮੈਂਟ ਵਿੱਚ ਕੋਈ ਵੀ ਡਿਸੀਜਨ ਪੀਪਲਸ ਦੇ ਉੱਪਰ ਇੰਪਲੀਮੈਂਟ ਕਰਨਾ ਹੋਵੇ ਤਾਂ ਉਹ ਇੱਕ ਪ੍ਰੋਸੈਸ ਦੇ ਨਾਲ ਡਿਸੀਜਨ ਲਿਆ ਜਾਂਦਾ ਹੈ। ਸਾਰੇ ਰਿਪਰੈਜ਼ੈਂਟੇਟਿਵ ਜੋ ਅਸੀਂ ਚੁਣੇ ਹੁੰਦੇ ਨੇ ਉਹ ਬੈਠ ਕੇ ਇੱਕ ਬਿੱਲ ਤਿਆਰ ਕਰਦੇ ਨੇ, ਉਹ ਬਿੱਲ ਤਿਆਰ ਕਰਕੇ ਫਿਰ ਉਸ ਦੇ ਉੱਪਰ ਵੋਟਿੰਗ ਕੀਤੀ ਜਾਂਦੀ ਹੈ। ਪਾਰਲੀਮੈਂਟ ਵਿੱਚ ਪ੍ਰੈਜ਼ੈਂਟ ਰਿਪਰੈਜ਼ੈਂਟੇਟਿਵ ਵੱਲੋਂ ਅਗਰ ਮੈਜੋਰਟੀ ਦੇ ਨਾਲ ਇਹ ਬਿੱਲ ਪਾਸ ਕਰ ਦਿੱਤਾ ਜਾਂਦਾ ਹੈ, ਫਿਰ ਇਸ ਬਿੱਲ ਨੂੰ ਅਪਰੂਵਲ ਲੈਣ ਵਾਸਤੇ ਪ੍ਰੈਜ਼ੀਡੈਂਟ ਕੋਲ ਭੇਜ ਦਿੱਤਾ ਜਾਂਦਾ ਹੈ। ਸੋ ਅਜਿਹੇ ਪ੍ਰੋਸੈਸ ਅਪਣਾਉਂਦਿਆਂ ਹੀ ਡੈਮੋਕ੍ਰੇਸੀ ਗਵਰਨਮੈਂਟ ਦੇ ਵਿੱਚ ਕੋਈ ਵੀ ਡਿਸੀਜਨ ਲੈਣ ਵਾਸਤੇ ਟਾਈਮ ਲੱਗ ਜਾਂਦਾ ਹੈ। ਇਸ ਤਰ੍ਹਾਂ ਡੈਮੋਕ੍ਰੇਸੀ ਵਿੱਚ ਕੋਈ ਵੀ ਡਿਸੀਜਨ ਭਾਵੇਂ ਲੇਟ ਆਉਂਦਾ ਹੈ, ਪਰ ਜੋ ਵੀ ਡਿਸੀਜਨ ਕੀਤਾ ਜਾਂਦਾ ਹੈ ਮੋਸਟਲੀ ਪੀਪਲਸ ਵੱਲੋਂ ਇਸ ਨੂੰ ਐਕਸੈਪਟ ਕਰ ਲਿਆ ਜਾਂਦਾ ਹੈ। ਪੀਪਲਸ ਇਸ ਦੇ ਅਗੇਂਸਟ ਕੋਈ ਵੀ ਪ੍ਰੋਬਲਮ ਕ੍ਰੀਏਟ ਨਹੀਂ ਕਰਦੇ। ਲਾਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਜਦੋਂ ਅਸੀਂ ਡੈਮੋਕ੍ਰੇਸੀ ਦੇ ਆਊਟਕਮਸ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਸਮੇਂ ਫਿਰ ਅਸੀਂ ਇਹ ਵੀ ਇੱਛਾ ਕਰਦੇ ਹਾਂ, ਐਕਸਪੈਕਟੇਸ਼ਨ ਕਰਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਜੋ ਵੀ ਡਿਸੀਜਨ ਲਿਆ ਜਾਣਾ ਹੈ ਉਹ ਡਿਸੀਜਨ ਇੱਕ ਪ੍ਰੋਸੀਜਰ ਨੂੰ ਫੋਲੋ ਕਰਕੇ ਲਿਆ ਜਾਵੇ। ਨੈਕਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਸੀ ਰੈਗੂਲਰ ਐਂਡ ਫ੍ਰੀ ਲਗਾਤਾਰ ਅਤੇ ਨਿਰਪੱਖ ਇਲੈਕਸ਼ਨ ਕਰਵਾਉਣ ਐਂਡ ਪਬਲਿਕ ਡਿਬੇਟ ਲੋਕ ਬਹਿਸ ਲਈ ਵਧੀਆ ਕੰਡੀਸ਼ਨਸ ਪ੍ਰੋਵਾਈਡ ਕਰਨ ਵਿੱਚ ਸਫਲ ਹੋਈ ਹੈ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਪਰ ਜਦੋਂ ਗੌਰਮੈਂਟ ਦੀ ਕੋਈ ਇਨਫੋਰਮੇਸ਼ਨ ਆਪਣੇ ਸਿਟੀਜ਼ਨ ਨਾਲ ਸ਼ੇਅਰ ਕਰਨੀ ਹੋਵੇ ਤਾਂ ਇਸ ਪੱਖ ਦੇ ਵਿੱਚ ਡੈਮੋਕ੍ਰੇਸੀ ਗੌਰਮੈਂਟ ਦਾ ਰਿਕਾਰਡ ਕੋਈ ਜ਼ਿਆਦਾ ਵਧੀਆ ਨਹੀਂ ਹੈ। ਲਾਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਡੈਮੋਕ੍ਰੇਟਿਕ ਗੌਰਮੈਂਟ ਕੋਲੋਂ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਇਹ ਗੌਰਮੈਂਟ ਆਪਣੇ ਸਿਟੀਜ਼ਨ ਦੀਆਂ ਨੀਡਸ, ਡਿਮਾਂਡਸ, ਮੰਗਾਂ ਜਿਹੜੀਆਂ ਉਹ ਪੂਰੀਆਂ ਕਰੇ ਅਤੇ ਇਹ ਗੌਰਮੈਂਟ ਕਰਪਸ਼ਨ ਫ੍ਰੀ ਹੋਵੇ। ਪਰ ਇਹਨਾਂ ਦੋਨਾਂ ਵਰਕਸ ਦੇ ਵਿੱਚ ਹੀ ਡੈਮੋਕ੍ਰੇਸੀ ਗੌਰਮੈਂਟ ਦਾ ਰਿਕਾਰਡ ਕੋਈ ਜ਼ਿਆਦਾ ਵਧੀਆ ਨਹੀਂ ਹੈ। ਨਾ ਤਾਂ ਇਹ ਪੂਰੀ ਤਰ੍ਹਾਂ ਆਪਣੇ ਪੀਪਲਸ ਦੀਆਂ ਡਿਮਾਂਡਸ ਪੂਰੀਆਂ ਕਰ ਪਾਉਂਦੀ ਹੈ, ਨਾ ਹੀ ਇਹ ਗੌਰਮੈਂਟ ਕਰਪਸ਼ਨ ਵਰਗੀ ਈਵਲ ਤੋਂ ਬਚ ਪਾਉਂਦੀ ਹੈ। ਨੈਕਸਟ ਆ ਜਾਂਦਾ ਹੈ ਸਾਡੇ ਕੋਲ ਕਿ ਡੈਮੋਕ੍ਰੇਟਿਕ ਗੌਰਮੈਂਟ ਸਿਰਫ ਇੱਕ ਹੀ ਰਿਸਪੈਕਟ ਕਰਕੇ ਹੋਰ ਐਲਟਰਨੇਟਿਵ ਗੌਰਮੈਂਟ ਤੋਂ ਵਧੀਆ ਹੈ, ਬੈਟਰ ਹੈ ਕਿ ਇਹ ਲੈਜੀਟੀਮੇਟ ਗੌਰਮੈਂਟ ਹੈ, ਜਾਇਜ਼ ਸਰਕਾਰ ਹੈ। ਬੇਸ਼ੱਕ ਇਹ ਸਲੋ ਹੋਵੇ, ਕਰਪਟ ਹੋਵੇ ਜਾਂ ਕਈ ਵਾਰ ਆਪਣੀ ਰਿਸਪੌਂਸਿਬਿਲਿਟੀ ਵਧੀਆ ਤਰੀਕੇ ਦੇ ਨਾਲ ਨਾ ਨਿਭਾਉਂਦੀ ਹੋਵੇ, ਪਰ ਫਿਰ ਵੀ ਇਹ ਸਰਕਾਰ ਸਾਡੇ ਵੱਲੋਂ ਪੀਪਲਸ ਵੱਲੋਂ ਖੁਦ ਚੁਣੀ ਜਾਂਦੀ ਹੈ। ਇਹ ਪੀਪਲਸ ਦੀ ਆਪਣੀ ਗੌਰਮੈਂਟ ਹੈ। ਇਸੇ ਕਰਕੇ ਕੁਝ ਕਮੀਆਂ ਹੋਣ ਦੇ ਬਾਵਜੂਦ ਵੀ ਵਰਲਡ ਦੇ ਵਿੱਚ ਡੈਮੋਕ੍ਰੇਸੀ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ।